ਫਾਸਟਵੇ ਦੇ ਪਿਆਰੇ ਦਰਸ਼ਕੋ, ਡਾਕਟਰ ਵਿਸ਼ਵ ਬੰਧੂ ਦੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਵਾਰ ਫਿਰ ਲੜੀਵਾਰ ਪ੍ਰੋਗਰਾਮ ਇਤਿਹਾਸਿਕ ਅੰਮ੍ਰਿਤਸਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਅੱਜ ਅਸੀਂ ਅੰਮ੍ਰਿਤਸਰ 'ਚ ਵਸੇ 5 ਬੜੇ ਮਹੱਤਵਪੂਰਨ ਇਤਿਹਾਸਿਕ ਸਰੋਵਰ ਸੰਤੋਖਸਰ, ਬਿਬੇਕਸਰ, ਕੌਲਸਰ, ਰਾਮਸਰ ਔਰ ਸਭ ਤੋਂ ਮਹੱਤਵਪੂਰਨ ਅੰਮ੍ਰਿਤ ਸਰੋਵਰ ਜਿਸ ਨੂੰ ਦਰਬਾਰ ਸਾਹਿਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਇਸ ਦੇ ਬਾਰੇ ਅਸੀਂ ਤੁਹਾਨੂੰ ਇਤਿਹਾਸਿਕ ਜਾਣਕਾਰੀ ਦੇਵਾਂਗੇ। ਮੈਂ ਇਸ ਵਕਤ ਖੜਾ ਟਾਊਨ ਹਾਲ ਦੇ ਸਾਹਮਣੇ ਸਭ ਤੋਂ ਪਹਿਲੇ ਸਿਰ ਨਿਵਾਉਂਦੇ ਹੋਏ ਸੰਤੋਖਸਰ ਗੁਰਦੁਆਰੇ ਦੇ ਸਾਹਮਣੇ, ਜਿਸ ਤੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੀ। ਇਤਿਹਾਸਿਕ ਅੰਮ੍ਰਿਤਸਰ 5 ਸਰੋਵਰਾਂ ਦੀ ਮੁੱਖ ਧਰਤੀ। ਵਾਹਿਗੁਰੂ 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 मैं इस वक्त संतोखसर गुरुद्वारे के सामने खड़ा हाँ। संतोखसर का सरोवर ਅੰਮ੍ਰਿਤਸਰ ਦੇ 5 ਧਾਰਮਿਕ ਸਰੋਵਰਾਂ ਦੇ ਵਿੱਚੋਂ ਸਭ ਤੋਂ ਵੱਡਾ ਸਰੋਵਰ ਹੈ ਔਰ ਇਸ ਦੀ ਉਸਾਰੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਰਾਮਦਾਸ ਜੀ ਨੇ ਸ਼ੁਰੂ ਕਰਵਾਈ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਗੁਰਦੁਆਰਾ ਵੀ ਕਿਹਾ ਜਾਂਦਾ ਹੈ, ਟਾਹਲੀ ਸੰਤੋਖਸਰ ਗੁਰਦੁਆਰਾ, ਕਿਉਂਕਿ ਇੱਥੇ ਇੱਕ ਟਾਹਲੀ ਹੈ ਉੱਪਰ ਜਿਸ ਨੂੰ ਚਾਰੋਂ ਪਾਸਿਓਂ ਬੰਨਿਆ ਹੋਇਆ ਤਾਂ ਕਿ ਉਸ ਦੀ ਲਾਈਫ ਜਿਹੜੀ ਹੈ ਉਹ ਵਧੇ। ਉਸ ਜਗ੍ਹਾ 'ਤੇ ਬੈਠ ਕੇ ਗੁਰੂ ਰਾਮਦਾਸ ਜੀ ਇਸ ਉਸਾਰੀ ਦਾ ਕੰਮ ਦੇਖ ਦੇ ਵਿੱਚ ਕਰਦੇ ਸਨ। ਕਿਹਾ ਜਾਂਦਾ ਹੈ ਉਹਨਾਂ ਦੇ ਬਾਅਦ ਗੁਰੂ ਅਰਜਨ ਦੇਵ ਜੀ ਨੇ ਇਸ ਕੰਮ ਨੂੰ ਪੂਰਾ ਕਰਵਾਇਆ। ਇਸ ਜਗ੍ਹਾ ਦੇ ਵਿੱਚ ਜਿਸ ਵਕਤ ਖੁਦਾਈ ਕਰਾਈ ਜਾ ਰਹੀ ਸੀ ਤੇ ਇੱਕ ਭੋਰੇ ਦੇ ਵਿੱਚੋਂ ਜਾਂ ਆਪਾਂ ਕਹਿ ਸਕਦੇ ਹਾਂ ਮਿੱਟੀ ਦੇ ਵਿੱਚੋਂ ਇੱਕ ਬਾਬਾ ਜੀ ਨਿਕਲੇ ਜੋ ਪੂਰੀ ਤਰ੍ਹਾਂ ਬੰਦ ਸਨ, ਜਿਨ੍ਹਾਂ ਦੇ ਉੱਤੇ ਮਿੱਟੀ ਭਰੀ ਪਈ ਸੀ। ਗੁਰੂ ਜੀ ਨੇ ਉਹਨੂੰ ਸਾਫ਼ ਕਰਵਾ ਕੇ ਉਹਨਾਂ ਨੂੰ ਦੁਬਾਰਾ ਮਾਲਿਸ਼ ਮੁਲਿਸ਼ ਕਰਵਾ ਕੇ ਔਰ ਉਹਨਾਂ ਨੇ ਆਪਣੇ ਪ੍ਰਾਣ ਵਾਪਸ ਲਿਆਂਦੇ। ਜਿਸ ਵਕਤ ਉਹਨਾਂ ਨੂੰ ਹੋਸ਼ ਆਈ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਨਾਂ ਸੰਤੋਖ ਹੈ ਔਰ ਪਿੱਛੇ ਕਈ ਸਾਲਾਂ ਤੋਂ ਇੱਥੇ ਤਪੱਸਿਆ ਕਰ ਰਹੇ ਨੇ ਔਰ ਉਹਨਾਂ ਨੂੰ ਇਹ ਸੀਗਾ ਵਰਦਾਨ ਕਿ ਉਹਨਾਂ ਦਾ ਜਿਹੜਾ ਤਪ ਹੈ, ਉਹਨਾਂ ਦੀ ਜਿਹੜੀ ਤਪੱਸਿਆ ਹੈ ਉਦੋਂ ਪੂਰਨ ਹੋਏਗੀ ਜਦੋਂ ਕੋਈ ਧਾਰਮਿਕ ਵਿਅਕਤੀ ਉਹਨਾਂ ਨੂੰ ਆ ਕੇ ਦਰਸ਼ਨ ਦੇਗਾ ਔਰ ਉਹਨਾਂ ਨੂੰ ਇਸ ਭੋਰੇ ਤੋਂ ਕੱਢੇਗਾ। ਔਰ ਜਿਸ ਵਕਤ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ, ਉਹਨਾਂ ਨੇ ਆਪਣੇ ਉਸ ਦੇ ਬਾਅਦ ਪ੍ਰਾਣ ਤਿਆਗ ਕਰ ਦਿੱਤੇ ਔਰ ਕਿਹਾ ਜਾਂਦਾ ਹੈ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ, ਕਿਉਂਕਿ ਜਨਮ ਮਰਨ ਦੇ ਚੱਕਰ ਤੋਂ ਉਹ ਛੁੱਟ ਗਏ। ਬੜਾ ਧਾਰਮਿਕ ਸਥਲ ਸੰਤੋਖਸਰ, ਜਿੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਸੰਤੋਖ ਮਿਲਦਾ ਹੈ। ਇਹ ਉਹੀ ਸਥਲ ਹੈ ਜਿਸ ਤੋਂ ਸ਼ੁਰੂਆਤ ਹੋਈ ਪੌਂਡਸ ਦੀ, ਜਿਨ੍ਹਾਂ ਨੂੰ ਤਲਾਬ ਆਖਦੇ ਹਾਂ। ਉਦੋਂ ਇੱਕ ਵਾਰੀ ਕੀ ਹੋਇਆ, ਜਿਸ ਵਕਤ ਐਪੀਡੈਮਿਕ ਪਿਆ, ਮਹਾਮਾਰੀ ਫੈਲੀ ਤੇ ਇਹ ਤਾਲਾਬ ਜਿਹੜੇ ਗੌਰਮੈਂਟ ਨੇ, ਸਰਕਾਰ ਅੰਗਰੇਜ਼ੀ ਸਰਕਾਰ ਨੇ ਇਹਨਾਂ ਨੂੰ ਭਰਨ ਦੇ ਹੁਕਮ ਦਿੱਤੇ। ਉਸ ਵਕਤ ਬਾਬਾ ਸ਼ਾਮ ਸਿੰਘ ਅਤੇ ਬਾਬਾ ਗੁਰਮੁਖ ਸਿੰਘ ਜੀ ਨੇ
ਇੱਥੇ ਕਾਰ ਸੇਵਾ ਕਰਾ ਕੇ ਇਸ ਨੂੰ ਦੁਬਾਰਾ ਸਾਫ਼ ਕਰਵਾ ਕੇ ਉਸੇ ਤਰ੍ਹਾਂ ਇਸ ਨੂੰ ਰਹਿਣ ਦਿੱਤਾ। ਜਦ ਕਿ ਬਾਕੀ ਜਿਹੜੇ ਸਰੋਵਰ ਸਨ, ਜਿਹੜੇ ਵੈਸੇ ਸਰੋਵਰ ਸਨ, ਧਾਰਮਿਕ ਨਹੀਂ ਸਨ, ਉਹਨਾਂ ਨੂੰ ਸਰਕਾਰ ਨੇ ਭਰਵਾ ਦਿੱਤਾ। ਔਰ ਇਸ ਪ੍ਰਕਾਰ ਸੰਤੋਖਸਰ ਗੁਰਦੁਆਰਾ ਉਸ ਵਕਤ ਦਾ ਅੱਜ ਤੱਕ ਚੱਲਿਆ ਆ ਰਿਹਾ ਹੈ। ਬੜਾ ਹੀ ਧਾਰਮਿਕ ਸਥਲ। ਆਓ ਸੰਤੋਖਸਰ ਦਾ ਇਤਿਹਾਸ ਜਾਣਨ ਦੇ ਲਈ ਇੱਥੇ ਦੇ ਗ੍ਰੰਥੀ ਸਾਹਿਬਾਨ ਦੇ ਨਾਲ ਅਸੀਂ ਇੱਕ ਵਾਰਤਾਲਾਪ ਕਰੀਏ ਔਰ ਉਹਨਾਂ ਕੋਲੋਂ ਜਾਣੀਏ ਉਹ ਕੀ ਦੱਸਦੇ ਨੇ ਇਸ ਜਗ੍ਹਾ ਦਾ ਇਤਿਹਾਸ। ਦਾਸ ਯਾਦਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਸਾਹਿਬ ਪ੍ਰਬੰਧ ਅਧੀਨ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਇਹ ਜੋ ਪਾਵਨ ਸਥਾਨ ਹੈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਪਵਿੱਤਰ ਇਹ ਪਾਵਨ ਸਥਾਨ ਹੈ। ਇਸ ਸਥਾਨ ਦੇ ਉੱਤੇ ਸਿੱਖ ਪੰਥ ਦਾ ਸਭ ਤੋਂ ਪਹਿਲਾ ਜਿਹੜਾ ਸਰੋਵਰ ਹੈ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਬਣਾਇਆ ਗਿਆ। ਇਸ ਸਰੋਵਰ ਦੀ ਜਿਹੜੀ ਕਾਰ ਸੇਵਾ ਹੈ ਉਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਰੰਭ ਕੀਤੀ। ਇਸ ਤੋਂ ਇਹਦੇ ਵਿੱਚ ਹੀ ਕੰਮ ਛੱਡ ਕੇ ਦੂਸਰਾ ਸਰੋਵਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲਾ ਤਿਆਰ ਕਰਵਾਇਆ ਅਤੇ ਉਸ ਸਥਾਨ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਹੋਈ। ਉਸ ਤੋਂ ਉਪਰੰਤ ਇਸ ਦਾ ਕੰਮ ਅਧੂਰਾ ਹੀ ਸੀ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਜਿਹੜਾ ਅਧੂਰਾ ਸਰੋਵਰ ਹੈ ਉਸ ਦਾ ਨਿਰਮਾਣ ਪੂਰਾ ਕਰਵਾਇਆ ਜਾਵੇ। ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਸਾਰਿਆਂ ਨੇ ਰਲ ਮਿਲ ਕੇ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਇਸ ਸਰੋਵਰ ਦਾ ਜਿਹੜਾ ਕੰਮ ਰੁਕਿਆ ਸੀ ਉਹ ਦੁਬਾਰਾ ਸ਼ੁਰੂ ਕਰਵਾਇਆ। ਅਤੇ ਜਦੋਂ ਇਹ ਸਰੋਵਰ ਦੀ ਖੁਦਾਈ ਹੋ ਰਹੀ ਸੀ ਉਸ ਸਮੇਂ ਇਸ ਵਿੱਚੋਂ ਇੱਕ ਮੱਠ ਨਿਕਲਿਆ, ਜਿਸ ਮੱਠ ਦੇ ਵਿੱਚ ਇੱਕ ਪੁਰਾਤਨ ਸਮੇਂ ਤੋਂ ਪੁਰਾਣੇ ਸਮੇਂ ਤੋਂ ਜੋਗੀ ਭਾਈ ਸੰਤੋਖ ਜੀ ਉਸ ਦਾ ਨਾਮ ਦੱਸਦੇ ਹਨ। ਭਾਈ ਜੋਗੀ ਉਸ ਸੰਤੋਖ ਰਿਚੀ ਜੀ ਨਾਂ ਦੱਸਦੇ ਹਨ। ਉਹ ਇਹਦੇ ਵਿੱਚ ਬੈਠੇ ਸਨ। ਉਹ ਆਪਣੇ ਸਮੇਂ ਦੇ ਜਨਕ ਰਾਜੇ ਦੇ ਰਸੋਈਆ ਹੋਇਆ ਕਰਦੇ ਸਨ। ਕਿਸੇ ਸਮੇਂ ਉਹਨਾਂ ਨੇ ਜਿਹੜੀ ਸਬਜ਼ੀ ਦਾ ਸਵਾਦ ਚੱਖ ਲਿਆ ਤੇ ਜਨਕ ਰਾਜੇ ਨੇ ਸਰਾਫ ਦਿੱਤਾ ਕਿ ਜਿਹੜਾ ਤੈਨੂੰ ਇਸ ਦਾ ਹਰਜਾਨਾ ਹੈ ਉਹ ਭਰਨਾ ਪਊਗਾ ਅਤੇ ਤੈਨੂੰ ਕਲਯੁਗ ਦੇ ਵਿੱਚ ਤਾਰਿਆ ਜਾਊਗਾ। ਉਸ ਸਮੇਂ ਭਾਈ ਸੰਤੋਖ ਜੀ ਆਪਣੇ ਗੁਰੂ ਦੇ ਬਚਨਾਂ ਦੇ ਨਾਲ ਆਪਣੇ ਜਿਹੜੇ ਸਵਾਸ ਸੀ ਉਹ ਦਸਮ ਦਵਾਰ ਦੇ ਵਿੱਚ ਚੜਾ ਕਰਕੇ ਇਸ ਗੁਫਾ ਵਿੱਚ ਬੈਠ ਗਏ ਅਤੇ ਗੁਫਾ ਦੇ ਵਿੱਚ ਬੈਠੇ ਰਹੇ। ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਇੱਕ ਮੱਠ ਨਿਕਲਿਆ ਜਿਸ ਵਿੱਚ ਜੋਗੀ ਹੈ। ਤਾਂ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨਾਲ ਸਿੱਖ ਸੰਗਤਾਂ ਉਸ ਮੱਠ ਦੇ ਕੋਲ ਗਈਆਂ। ਜਦੋਂ ਮੱਠ ਦੇ ਵਿੱਚ ਉਸ ਜੋਗੀ ਨੂੰ ਬਾਹਰ ਕੱਢਿਆ ਤਾਂ ਉਸ ਦੀਆਂ ਤਲੀਆਂ ਝੱਸੀਆਂ ਗਈਆਂ। ਉਸ ਦੇ ਜਿਹੜੇ ਸਵਾਸ ਸੀ ਉਹ ਵਾਪਸ ਆਏ। ਤਾਂ ਉਸ ਨੇ ਜਦੋਂ ਸਵਾਸ ਆਪਣੇ ਜਦੋਂ ਵਾਪਸ ਆਏ ਤਾਂ ਉਸ ਨੇ ਪੁੱਛਿਆ ਕਿ ਇਹ ਕੌਣ ਸਮਾਂ ਤੇ ਆਪ ਜੀ ਕੌਣ ਹੋ। ਤਾਂ ਸਾਰੀ ਸੰਗਤ ਨੇ ਲਾਗੋਂ ਆਖਿਆ ਕਿ ਇਹ ਕਲਯੁਗ ਦਾ ਸਮਾਂ ਹੈ ਅਤੇ ਇਹ ਕਲਯੁਗ ਦੇ 5ਵੇਂ ਅਵਤਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 5ਵੀਂ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਮੁਕਤੀ ਕੀਤੀ ਅਤੇ ਉਸ ਦੇ ਨਾਂ ਦੇ ਉੱਤੇ ਇਹ ਸੰਤੋਖਸਰ ਦਾ ਜਿਹੜਾ ਨਿਰਮਾਣ ਕਰਵਾਇਆ। ਗੁਰਦੁਆਰਾ ਸੰਤੋਖਸਰ ਸਾਹਿਬ ਇੱਕ ਪਹਿਲਾ ਸਰੋਵਰ ਹੈ ਜਿਹੜਾ ਸਿੱਖ ਪੰਥ ਦਾ ਇਸ ਪਾਵਨ ਸਥਾਨ ਦੇ ਉੱਤੇ ਸੁਸ਼ੋਭਿਤ ਹੈ। ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਨਾਲ ਹੀ ਦਰਬਾਰ ਵਿੱਚ ਉਹ ਪੁਰਾਤਨ ਟਾਹਲੀ, ਜਿਹੜੀ ਟਾਹਲੀ ਪਹਿਲਾਂ ਹੇਠਾਂ ਹੋਇਆ ਕਰਦੀ ਸੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆ ਕੇ ਇੱਥੇ ਸੰਗਤਾਂ ਦੇ ਨਾਲ ਵਿਚਾਰਾਂ ਕਰਦੇ ਸਨ। ਉਹ ਟਾਹਲੀ ਬਾਅਦ ਵਿੱਚ ਜਦੋਂ ਨਿਰਮਾਣ ਤੋਂ ਬਾਅਦ ਵਿੱਚ ਦਰਬਾਰ ਦੇ ਥੱਲੇ ਆਉਂਦੀ ਸੀ ਤਾਂ ਉਸ ਸਮੇਂ ਫਿਰ ਇਸ ਟਾਹਲੀ ਨੂੰ ਪੁਰਾਤਨ ਕਰਕੇ ਸੰਭਾਲ ਕੇ ਉੱਪਰ ਦਰਬਾਰ ਦੇ ਵਿੱਚ ਸ਼ੀਸ਼ੇ ਵਿੱਚ ਮੜਾ ਕੇ ਰੱਖਿਆ ਗਿਆ ਹੈ। ਇਹ ਇੱਥੋਂ ਦਾ ਪਾਵਨ ਇਤਿਹਾਸ ਹੈ। ਸੰਗਤਾਂ ਆ ਕਰਕੇ ਦਰਸ਼ਨ ਮੇਲੇ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਸੀਂ ਇਸ ਵਕਤ ਇਤਿਹਾਸਿਕ ਸਥਲ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਖੜੇ ਹਾਂ। ਹਰਿਮੰਦਰ ਸਾਹਿਬ ਜਿਹੜਾ ਸਾਡਾ ਦੂਸਰਾ ਸਰੋਵਰ ਹੈ, ਜਿਸ ਨੂੰ ਅੰਮ੍ਰਿਤ ਸਰੋਵਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤ ਜਿਸ ਦਾ ਸ਼ਾਬਦਿਕ ਅਰਥ ਹੈ ਪਵਿੱਤਰ ਸਰੋਵਰ, ਪਾਣੀ ਦਾ ਤਲਾਬ, ਜਿਸ ਦੀ ਉਸਾਰੀ ਗੁਰੂ ਰਾਮਦਾਸ ਜੀ ਨੇ ਆਪਣੀ ਰੇਖ ਦੇ ਵਿੱਚ ਕਰਵਾਈ ਔਰ ਗੁਰੂ ਰਾਮਦਾਸ ਜੀ ਨੇ ਇਸ ਸ਼ਹਿਰ ਨੂੰ ਵਸਾਇਆ। ਇਸੇ ਲਈ ਪੁਰਾਣੇ ਅਗਰ ਇਤਿਹਾਸ ਨੂੰ ਦੇਖੀਏ ਤੇ ਇਸ ਦਾ ਨਾਂ ਸ਼੍ਰੀ ਗੁਰੂ ਰਾਮਦਾਸ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ। ਬਾਅਦ ਵਿੱਚ ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਰਾਮਦਾਸਪੁਰ ਜਾਂ ਗੁਰੂ ਰਾਮਦਾਸ ਜਾਂ ਹਰਿਮੰਦਰ ਸਾਹਿਬ ਦੁਨੀਆ ਦੇ ਨਕਸ਼ੇ ਦੇ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਸ਼ਹਿਰ ਹੈ। ਇਹ ਉਹ ਧਾਰਮਿਕ ਸਥਲ ਹੈ ਜਿੱਥੇ ਸਿੱਖਾਂ ਦੀ ਆਸਥਾ, ਸਿੱਖਾਂ ਦਾ ਧਰਮ, ਸਿੱਖਾਂ ਦਾ ਦਿਲ ਤੇ ਸਿੱਖਾਂ ਦੀ ਜਾਨ ਵਸਦੀ ਹੈ। ਲੱਖਾਂ ਸ਼ਰਧਾਲੂ ਤੁਸੀਂ ਦੇਖ ਸਕਦੇ ਹੋ, ਅੱਜ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇੱਥੇ ਆਏ ਨੇ ਔਰ ਆ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਨੇ, ਕਿਉਂਕਿ ਗੁਰੂ ਰਾਮਦਾਸ ਜੀ ਨੇ ਜਿਸ ਵੇਲੇ ਇਸ ਦੀ ਉਸਾਰੀ ਪੂਰੀ ਕੀਤੀ ਤੇ ਅਰਜੁਨ ਦੇਵ ਜੀ ਨੇ 1604 ਦੇ ਵਿੱਚ ਆਦਿ ਗ੍ਰੰਥ ਜੀ ਦੀ ਸਥਾਪਨਾ ਇੱਥੇ ਕਰਵਾਈ ਔਰ ਇਸ ਪ੍ਰਕਾਰ ਇਹ ਮਹੱਤਵਪੂਰਨ ਸਥਾਨ ਬਣ ਗਿਆ, ਸਿੱਖਾਂ ਦਾ ਮਹੱਤਵਪੂਰਨ ਕੇਂਦਰ, ਜਿੱਥੇ ਅੱਜ ਲੱਖਾਂ ਸ਼ਰਧਾਲੂ ਆ ਕੇ ਮੱਥਾ ਟੇਕਦੇ ਨੇ, ਆਪਣੇ ਮਨ ਦੀ ਮੁਰਾਦ ਪੂਰੀ ਪਾਉਂਦੇ ਨੇ। ਵਾਹਿਗੁਰੂ 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 ਵਾਹਿਗੁਰੂ। ਇਸ ਵਕਤ ਅਸੀਂ ਇਤਿਹਾਸਿਕ ਸਥਲ ਅਤੇ ਧਾਰਮਿਕ ਗੁਰੂਦੁਆਰਾ ਕੌਲਸਰ ਦੇ ਵਿੱਚ ਖੜੇ ਹਾਂ। ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕੌਲਸਰ ਸਰੋਵਰ ਔਰ ਪਿੱਛੇ ਬਣਿਆ ਗੁਰਦੁਆਰਾ ਕੌਲਸਰ। ਬੀਬੀ ਕੌਲਾਂ ਇਹ ਲਾਹੌਰ ਦੇ ਕਾਜ਼ੀ ਦੀ ਬੇਟੀ ਸੀ। ਕੌਲਾਂ ਦਾ ਅਰਥ ਹੈ ਕਮਲ ਦਾ ਫੁੱਲ ਔਰ ਮੰਨਿਆ ਜਾਂਦਾ ਹੈ ਉਹ ਪਾਕ ਪਵਿੱਤਰ ਔਰਤ ਸੀ ਜਿਸ ਨੂੰ ਗੁਰੂ ਦੀ ਬਾਣੀ ਨਾਲ ਪਿਆਰ ਹੋ ਗਿਆ ਸੀ। ਬੀਬੀ ਕੌਲਾਂ ਕਿਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਗੁਰੂ ਜੀ ਕੋਲ ਆ ਗਈ ਔਰ ਗੁਰੂ ਜੀ ਨੇ ਆਪਣੀ ਸ਼ਰਨ ਉਸ ਨੂੰ ਦੇ ਦਿੱਤੀ। ਉਹ ਇੱਥੇ ਹੀ ਰਹਿ ਕੇ ਦਰਬਾਰ ਦੇ ਵਿੱਚ ਸੇਵਾ ਕਰਦੀ ਸੀ ਔਰ ਉਸ ਦੀ ਸੇਵਾ ਭਾਵ ਨੂੰ ਦੇਖਦੇ ਹੋਏ ਗੁਰੂ ਜੀ ਨੇ ਉਸ ਦੇ ਲਈ ਇਸ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਇਸ ਦਾ ਨਿਰਮਾਣ ਬਾਬਾ ਬੁੱਢਾ ਜੀ ਨੇ 1624 ਵਿੱਚ ਸ਼ੁਰੂ ਕੀਤਾ ਔਰ 27 ਵਿੱਚ ਇਸ ਸਰੋਵਰ ਦੀ ਉਸਾਰੀ ਪੂਰੀ ਹੋਈ। ਇਹ ਬੜਾ ਮਹੱਤਵਪੂਰਨ ਸਥਲ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਔਰਤ ਨੂੰ ਬੜੀ ਮਹੱਤਵ ਸਥਾਨ ਦਿੱਤਾ ਜਾਂਦਾ ਹੈ, ਉਸ ਨੂੰ ਪੂਰਾ ਇੱਜ਼ਤ ਮਾਨ ਦਿੱਤਾ ਜਾਂਦਾ ਹੈ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੁਲਵੰਤ ਸਿੰਘ ਹੈ। ਇਹ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਹੈ। ਬੀਬੀ ਕੌਲਾਂ ਜੀ ਮੁਸਲਮਾਨ ਬੀਬੀ ਸੀ, ਪਾਕਿਸਤਾਨ ਦੇ ਰਹਿਣ ਵਾਲੀ ਸੀ। ਇਹਨਾਂ ਦੇ ਪਿਤਾ ਜੀ ਦਾ ਨਾਮ ਰੁਸਤਮ ਖਾਨ ਸੀ। ਉਹ ਉਸ ਪਿੰਡ ਦੇ ਕਾਜੀ ਸਨ ਅਤੇ ਸਾਈਂ ਮੀਆਂ ਮੀਰ ਜੀ ਹੋਏ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ।
ਤੇ ਇਹ ਬੀਬੀ ਜੀ ਉਹਨਾਂ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੀ ਸੀ ਤੇ ਭਾਈ ਸਾਈਂ ਮੀਆਂ ਮੀਰ ਜੀ ਨਾਮ ਜਪਾਉਂਦੇ ਸੀ ਪਿੰਡ 'ਚ ਤੇ ਬੀਬੀ ਨੂੰ ਸੰਗਤ ਕਰਦਿਆਂ ਦੇਖ ਕੇ ਉਹਨਾਂ ਦੇ ਪਿਤਾ ਜੀ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਹਨਾਂ ਨੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ। ਤੇ ਜਦੋਂ ਇਸ ਗੱਲ ਦਾ ਸਾਈਂ ਮੀਆਂ ਮੀਰ ਜੀ ਨੂੰ ਪਤਾ ਲੱਗਾ, ਉਹਨਾਂ ਆਪਣੇ ਸੇਵਕ ਦੇ ਨਾਲ ਇੱਥੇ ਅੰਮ੍ਰਿਤਸਰ ਭੇਜ ਦਿੱਤਾ ਬੀਬੀ ਜੀ ਨੂੰ। ਤੇ ਇਹ ਜਿਹੜੀ ਜਗ੍ਹਾ ਸੀ ਇਹ ਫੁੱਲਾਂ ਦੀ ਢਾਹ ਵੱਜਦੀ ਸੀ, ਇੱਥੇ ਬੀਬੀ ਜੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਇੱਥੇ ਰਹਿੰਦਿਆਂ ਹੋਇਆਂ ਨਿਸ਼ਕਾਮ ਸੇਵਾ 'ਚ ਹੀ ਆਪਣਾ ਜੀਵਨ ਬਤੀਤ ਕਰ ਦਿੱਤਾ। ਤੇ ਬੀਬੀ ਜੀ ਨੂੰ ਸੇਵਾ ਕਰਦਿਆਂ ਮਨ 'ਚ ਫੁਰਨਾ ਬਣਿਆ ਵੀ ਮੇਰਾ ਕੋਈ ਨਾਮ ਲੈਣ ਵਾਲਾ ਹੋਵੇ। ਕੁਝ ਸਮਾਂ ਜਦੋਂ ਹੋਇਆ, ਇੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਗੁਰੂ ਗੱਦੀ 'ਤੇ ਬਿਰਾਜਮਾਨ ਸੀ। ਉਹਨਾਂ ਨੇ ਸੇਵਾ ਕਰਦਿਆਂ ਜਦੋਂ ਬੀਬੀ ਨੂੰ ਦੇਖਿਆ ਤਾਂ ਉਹਨਾਂ ਦੇ ਮਨ ਦੀ ਭਾਵਨਾ ਨੂੰ ਪੜ੍ਹ ਲਿਆ ਤੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਵੀ ਤੁਹਾਡੇ ਨਾਂ 'ਤੇ ਇਹ ਸਰੋਵਰ ਬਣਾ ਦਿੱਤਾ ਹੈ, ਇਹ ਤੁਹਾਡਾ ਪੁੱਤਰ ਆ। ਜੋ ਵੀ ਹਰਿਮੰਦਰ ਸਾਹਿਬ ਇੱਥੇ ਦਰਸ਼ਨ ਮੇਲੇ ਸੰਗਤ ਕਰਨ ਆਊਗੀ ਉਹ ਇੱਥੇ ਤੁਹਾਡੇ ਸਰੋਵਰ 'ਤੇ ਇਸ਼ਨਾਨ ਕਰੂਗੀ ਤੇ ਤੁਹਾਡੇ ਗੁਰਦਰਬਾਰ ਵਿੱਚ ਦਰਸ਼ਨ ਕਰਨਗੇ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ, ਯਾਤਰਾ ਸਫਲ ਹੋਏਗੀ। ਇਹ ਇੱਥੋਂ ਦਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਤਿਹਾਸਿਕ ਸਰੋਵਰ ਦੀ ਯਾਤਰਾ ਦੇ ਵਿੱਚ ਚੌਥੇ ਸਥਾਨ ਵਿਵੇਕਸਰ ਗੁਰਦੁਆਰਾ ਕੋਲ ਪਹੁੰਚੇ ਹਾਂ। ਵਿਵੇਕਸਰ ਗੁਰਦੁਆਰਾ ਦਰਬਾਰ ਸਾਹਿਬ ਤੋਂ 1.5 ਕਿਲੋਮੀਟਰ ਦੂਰ ਔਰ ਰਾਮਸਰ ਦੇ ਬਿਲਕੁਲ ਆਪੋਜ਼ਿਟ ਸਥਾਪਿਤ ਹੈ। ਮੰਨਿਆ ਜਾਂਦਾ ਹੈ ਗੁਰੂ ਹਰਗੋਬਿੰਦ ਸਿੰਘ ਛਠੀ ਪਾਤਸ਼ਾਹ ਇੱਥੇ ਅਕਸਰ ਸ਼ਿਕਾਰ ਖੇਲਣ ਦੇ ਬਾਅਦ ਆ ਕੇ ਆਰਾਮ ਕਿਆ ਕਰਦੇ ਸਨ ਔਰ ਆਪਣਾ ਘੋੜਾ ਜਿਹੜਾ ਹੈ ਉਹ ਕਰੀਰ ਦੇ ਪੇੜ ਦੇ ਨਾਲ ਬੰਨ੍ਹਦੇ ਸਨ। ਔਰ ਇਸੀ ਜਗ੍ਹਾ ਸੀ ਜਿਸ ਜਗ੍ਹਾ ਦੇ ਉੱਤੇ ਉਹ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਸਨ। ਔਰ ਇਸੀ ਜਗ੍ਹਾ 'ਤੇ ਬਾਬਾ ਬੁੱਢਾ, ਉਹਨਾਂ ਦੇ ਕੋਲ ਬਾਬਾ ਬੁੱਢਾ ਜੀ ਸਲਾਹ ਮਸ਼ਵਰਾ ਲਿਆ ਕਰਦੇ ਸਨ। ਵਿਵੇਕ ਜਿਸ ਦਾ ਅਰਥ ਹੈ ਗਿਆਨ, ਇਸ ਜਗ੍ਹਾ 'ਤੇ ਮੱਥਾ ਟੇਕਣ ਦੇ ਨਾਲ ਮੰਨਿਆ ਜਾਂਦਾ ਹੈ ਗਿਆਨ 'ਚ ਵਾਧਾ ਹੁੰਦਾ ਹੈ ਔਰ ਲੋਕਾਂ ਦੀ ਮਨੋਕਾਮਨਾ ਜਿਹੜੀ ਹੈ ਪੂਰੀ ਹੁੰਦੀ ਹੈ। ਬਾਬਾ ਬੁੱਢਾ ਜੀ ਦੀ ਤਮੰਨਾ ਸੀ ਕਿ ਇਸ ਜਗ੍ਹਾ ਦੇ ਉੱਤੇ ਇੱਕ ਸਰੋਵਰ ਬਣਾਇਆ ਜਾਏ। ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਇਸ ਜਗ੍ਹਾ ਦੇ ਵਿੱਚ ਇੱਕ ਟੱਕ ਲਗਾਉਣ ਤੇ ਗੁਰੂ ਜੀ ਨੇ ਇੱਕ ਟੱਕ ਲਗਾਇਆ, ਜਿਸ ਦੇ ਬਾਅਦ ਇੱਥੇ ਸਰੋਵਰ ਦੀ ਉਸਾਰੀ ਕੀਤੀ ਗਈ। ਬਾਅਦ ਵਿੱਚ ਮੰਨਿਆ ਜਾਂਦਾ ਹੈ ਰਣਜੀਤ ਸਿੰਘ ਨੇ ਪਿੱਛੇ ਇਸ ਬਿਲਡਿੰਗ ਦਾ ਨਿਰਮਾਣ ਕਰਵਾਇਆ ਜੋ ਅੱਜ ਗੁਰਦੁਆਰਾ ਵਿਵੇਕਸਰ ਦੇ ਨਾਂ ਨਾਲ ਪ੍ਰਸਿੱਧ ਹੈ। ਸਾਡੇ ਨਾਲ ਨੇ ਭਾਈ ਮਲਕੀਤ ਸਿੰਘ ਜੀ, ਗੁਰਦੁਆਰਾ ਦੇ ਗ੍ਰੰਥੀ। ਆਓ ਇਹਨਾਂ ਕੋਲੋਂ ਵਿਵੇਕਸਰ ਦਾ ਇਤਿਹਾਸ ਜਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਇਹ ਮਹਾਨ ਪਾਵਨ ਪਵਿੱਤਰ ਸਥਾਨ ਜਿਸ ਦਾ ਨਾਮ ਗੁਰਦੁਆਰਾ ਸ੍ਰੀ ਵਿਵੇਕਸਰ ਸਾਹਿਬ ਹੈ, ਇਹ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ। ਇਸ ਪਾਵਨ ਸਥਾਨ ਦਾ ਜੋ ਇਤਿਹਾਸ ਹੈ ਕਿ ਜਦੋਂ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡ ਕੇ ਵਾਪਸ ਆਇਆ ਕਰਦੇ ਸਨ
ਤਾਂ ਇਸ ਅਸਥਾਨ ਤੇ ਕੁਝ ਸਮਾਂ ਬੈਠ ਕੇ ਆਰਾਮ ਕਰਦੇ ਸਨ ਅਤੇ ਮੁਖੀ ਸਿੱਖਾਂ ਦੇ ਨਾਲ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਇਤਿਆਦਿਕ ਸਿੰਘਾਂ ਦੇ ਨਾਲ ਗਿਆਨ ਚਰਚਾ ਕਰਿਆ ਕਰਦੇ ਸਨ। ਅਤੇ ਇਸ ਪਾਵਨ ਪਵਿੱਤਰ ਸਥਾਨ ਤੇ ਇੱਕ ਵਿਸ਼ਾਲ ਸਰੋਵਰ ਹੈ ਜਿਸ ਦਾ ਟੱਕ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਲਗਾਉਣਾ ਕੀਤਾ ਅਤੇ ਸਰੋਵਰ ਦੇ ਕਿਨਾਰੇ ਇੱਕ ਕਰੀਰ ਦਾ ਰੁੱਖ ਹੈ ਜਿਸ ਦੇ ਨਾਲ ਸਤਿਗੁਰੂ ਜੀ ਆਪਣਾ ਘੋੜਾ ਬੰਨਿਆ ਕਰਦੇ ਸਨ ਅਤੇ ਕੁਝ ਚਿਰ ਬੈਠ ਕੇ ਆਰਾਮ ਕਰਦੇ ਸਨ ਅਤੇ ਸਿੰਘਾਂ ਦੇ ਨਾਲ ਗਿਆਨ ਚਰਚਾ ਕਰਦੇ ਸਨ। ਭਾਵ ਕਿ ਵਿਵੇਕ ਗਿਆਨ ਉਹ ਗਿਆਨ ਜਿਸ ਦੇ ਦੁਆਰਾ ਸਾਨੂੰ ਆਤਮਿਕ ਗਿਆਨ ਪ੍ਰਾਪਤ ਹੋ ਜਾਂਦਾ ਕਿ ਅਸੀਂ ਕਿਸ ਤਰ੍ਹਾਂ ਉਸ ਪਰਮੇਸ਼ਰ ਦੇ ਨਾਲ ਜੁੜਨਾ ਹੈ। ਸੋ ਇਹ ਮਹਾਨ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਦਿਦਾਰੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਕਰਦੀਆਂ ਹਨ ਉਹਨਾਂ ਨੂੰ ਵਿਵੇਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਆਪ ਜੀ ਨੂੰ ਸਾਧ ਸੰਗਤ ਜੀਓ ਪਤਾ ਹੋਵੇਗਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ 5 ਮਹਾਨ ਸਰੋਵਰਾਂ ਦੀ ਜੋ ਮਹਾਨਤਾ ਹੈ, ਸੰਗਤਾਂ ਦੂਰਾਂ ਦਰਾਡਿਆਂ ਤੋਂ ਆਉਂਦੀਆਂ ਹਨ ਤੇ 5 ਸਰੋਵਰਾਂ ਦੇ ਇੱਥੇ ਆਣ ਕੇ ਇਸ਼ਨਾਨ ਕਰਦੀਆਂ ਹਨ। ਉਹਨਾਂ ਹੀ 5 ਸਰੋਵਰਾਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਵਿਵੇਕਸਰ ਸਾਹਿਬ ਵੀ ਇੱਕ ਸਥਾਨ ਹੈ। ਜਿਸ ਤਰ੍ਹਾਂ ਸਭ ਤੋਂ ਮੁੱਖ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲਾ ਸਰੋਵਰ, ਉਸ ਤੋਂ ਬਾਅਦ ਸ੍ਰੀ ਕੌਲਸਰ ਸਾਹਿਬ, ਸੰਤੋਖਸਰ ਸਾਹਿਬ, ਰਾਮਸਰ ਸਾਹਿਬ ਜੋ ਇੱਥੇ ਹੀ ਨਾਲ ਹੀ ਸਥਾਨ ਹੈ ਅਤੇ 5ਵਾਂ ਸਰੋਵਰ ਗੁਰਦੁਆਰਾ ਵਿਵੇਕਸਰ ਸਾਹਿਬ ਹੈ। ਸੋ ਇਹ ਇਸ ਪਾਵਨ ਪਵਿੱਤਰ ਸਥਾਨ ਦਾ ਤਿਉਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧਾਰਮਿਕ ਸਥਲਾਂ ਦਾ ਅਧਿਐਨ ਕਰਦੇ ਹੋਏ ਸਭ ਤੋਂ ਪਹਿਲੇ ਗੁਰਦੁਆਰਾ ਸੰਤੋਖਸਰ ਟਾਹਲੀ ਸਾਹਿਬ ਜਿਸ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ, ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ, ਫਿਰ ਅਸੀਂ ਗੁਰਦੁਆਰਾ ਕੌਲਸਰ ਔਰ ਆਖਿਰ ਵਿੱਚ ਵਿਵੇਕਸਰ ਗਏ ਔਰ ਹੁਣ ਆਖਰੀ ਗੁਰਦੁਆਰਾ ਸ਼੍ਰੀ ਰਾਮਸਰ ਅਸੀਂ ਪਹੁੰਚੇ ਹਾਂ। ਤੁਸੀਂ ਮੇਰੇ ਸੱਜੇ ਪਾਸੇ ਦੇਖ ਸਕਦੇ ਹੋ ਸ਼੍ਰੀ ਰਾਮਸਰ ਸਰੋਵਰ ਜਿਹੜਾ ਸਭ ਤੋਂ ਛੋਟਾ ਸਰੋਵਰ ਹੈ ਔਰ ਇਸ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਜੁੜਿਆ ਹੋਇਆ ਹੈ। ਅਰਜਨ ਦੇਵ ਜੀ ਨੇ ਇੱਥੇ ਆਦਿ ਗ੍ਰੰਥ ਦੀ ਰਚਨਾ ਕੀਤੀ। ਮੇਰੇ ਪਿੱਛੇ ਜੋ ਤੁਸੀਂ ਬੇਰੀ ਦੇਖ ਰਹੇ ਹੋ, ਇਸ ਬੇਰੀ ਥੱਲੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਉਸ ਦੀ ਰਚਨਾ ਕੀਤੀ ਔਰ ਇਹ ਇਤਿਹਾਸਿਕ ਸਰੋਵਰ ਉਸ ਵਕਤ ਬਣਾਇਆ ਗਿਆ ਔਰ ਇਹ ਗੁਰਦੁਆਰਾ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਰਾਮਸਰ, ਇਸ ਦਾ ਬਹੁਤ ਹੀ ਮਹੱਤਵਪੂਰਨ ਗੁਰਦੁਆਰਾ ਹੈ। ਆਓ ਇਸ ਦਾ ਇਤਿਹਾਸ ਇੱਥੇ ਦੇ ਗ੍ਰੰਥੀ ਦੇ ਕੋਲੋਂ ਜਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਆਸਥਾਨ ਹੈ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਨਿਗਰਾਨੀ ਹੇਠ ਇਸ ਸਰੋਵਰ ਦੀ ਖੁਦਾਈ ਕਰਵਾਈ ਅਤੇ ਇੱਥੋਂ ਦੇ ਸ਼ਾਂਤਮਈ ਮਾਹੌਲ ਨੂੰ ਵੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਵੱਲ ਤੰਬੂ ਲਗਵਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਵਾਈ ਦਾ ਕੰਮ ਭਾਈ ਗੁਰਦਾਸ ਜੀ ਪਾਸੋਂ ਆਰੰਭ ਕਰਵਾਇਆ, ਜੋ ਕਿ ਸੰਪੂਰਨ ਹੋਣ ਉਪਰੰਤ ਭਾਦਰੋਂ ਸੁਦੀ ਏਕਮ 1661 ਬਿਕਰਮੀ ਨੂੰ
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਸੁਸ਼ੋਭਿਤ ਕਰਕੇ ਇਸ ਥਾਂ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਦਿ ਗ੍ਰੰਥ ਲਿਜਾਇਆ ਗਿਆ ਅਤੇ ਇਸ ਥਾਂ ਦੇ ਨਾਲ ਹੀ ਇੱਕ ਬੇਰੀ ਦਾ ਦਰਖਤ ਹੈ ਜਿਸ ਹੇਠਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਸੀ। ਇਸ ਸਥਾਨ 'ਤੇ ਅੱਜ ਵੀ ਸੰਗਤਾਂ ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਦਰਸ਼ਨ ਕਰਕੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੀਆਂ ਮਨ ਇੱਛਤ ਮੁਰਾਦਾਂ ਪੂਰੀਆਂ ਕਰਦੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਾਸਟਵੇ ਦੇ ਪਿਆਰੇ ਦਰਸ਼ਕੋ, ਐਸੀ ਅੱਜ ਦੀ ਇਤਿਹਾਸਿਕ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਅੰਮ੍ਰਿਤਸਰ ਵਿਖੇ ਵਸੇ 5 ਮਹੱਤਵਪੂਰਨ ਧਾਰਮਿਕ ਸਰੋਵਰਾਂ ਦੇ ਬਾਰੇ ਦਿੱਤੀ, ਜਿਸ ਦੇ ਵਿੱਚ ਅਸੀਂ ਤੁਹਾਨੂੰ 5 ਸਰੋਵਰ ਸ਼੍ਰੀ ਸੰਤੋਖਸਰ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕੌਲਸਰ, ਗੁਰਦੁਆਰਾ ਬਿਬੇਕਸਰ ਔਰ ਆਖਿਰ ਵਿੱਚ ਗੁਰਦੁਆਰਾ ਰਾਮਸਰ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਏ। ਸਾਨੂੰ ਉਮੀਦ ਹੈ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੈਨੂੰ ਤੇ ਹੁਣ ਮੇਰੇ ਕੈਮਰਾਮੈਨ ਰਕੇਸ਼ ਕੁਮਾਰ ਜੀ ਨੂੰ ਇਜਾਜ਼ਤ ਦਿਓ। ਅਗਲੀ ਵਾਰੀ ਫਿਰ ਤੁਹਾਡੇ ਨਾਲ ਇੱਕ ਵਾਰੀ ਹੋਰ ਇੱਕ ਨਵਾਂ ਲੜੀਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਸਤਿ ਸ੍ਰੀ ਅਕਾਲ।